ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਗੂਜਰੀ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 19 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 20 ਔਰ 21 ਨੰਬਰ ਪੌੜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਤੇ ਇਹ ਆਖਿਰਲੀ ਪੌੜੀ ਹੈ। ਅੱਜ ਇਸ ਵਾਰ ਦੀ ਸਮਾਪਤੀ ਹੋ ਜਾਏਗੀ ਤੇ ਜਿਸ ਪੌੜੀ ਦੀ ਅੱਜ ਅਸੀਂ ਵਿਚਾਰ ਕਰ ਰਹੇ ਹਾਂ, ਇਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 523 ਤੇ ਅੰਕਿਤ ਹੈ। ਪੌੜੀ ਨਿੰਦਕ ਮਾਰੇ ਤਤਕਾਲ ਖਿਨ ਟਿਕਣ ਨਾ ਦਿੱਤੇ। ਨਿੰਦਕ ਦਾ ਮਤਲਬ ਜੋ ਨਿੰਦਿਆ ਕਰਨ ਵਾਲੇ ਨੇ, ਤਤਕਾਲ ਦਾ ਮਤਲਬ ਤੁਰੰਤ, ਖਿਨ ਦਾ ਮਤਲਬ ਇੱਕ ਪਲ ਵੀ, ਟਿਕਣ ਨਾ ਦਿੱਤੇ ਦਾ ਮਤਲਬ ਉਹਨਾਂ ਨੂੰ ਸ਼ਾਂਤ ਨਹੀਂ ਰਹਿਣ ਦਿੱਤਾ, ਮਤਲਬ ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਰਹਿੰਦੀ। ਤਾਂ ਜੋ ਨਿੰਦਿਆ ਕਰਨ ਵਾਲੇ ਨੇ, ਜੋ ਹਮੇਸ਼ਾ ਨਿੰਦਾ ਕਰਦੇ ਨੇ, ਕਿਸੇ ਦੀ ਝੂਠੀ ਬਦਖੂਹੀ ਕਰਦੇ ਨੇ, ਗੁਰੂ ਜੀ ਕਹਿੰਦੇ ਨੇ ਪ੍ਰਭੂ ਨੇ ਉਹਨਾਂ ਨੂੰ ਝਟਪਟ ਹੀ ਮਾਰ ਦਿੱਤਾ ਹੈ ਤੇ ਇੱਕ ਪਲ ਵੀ ਉਹਨਾਂ ਨੂੰ ਸ਼ਾਂਤ ਨਹੀਂ ਰਹਿਣ ਦਿੱਤਾ। ਖਿਨ ਟਿਕਣ ਨਾ ਦਿੱਤੇ ਦਾ ਮਤਲਬ ਇੱਕ ਪਲ ਵੀ ਸ਼ਾਂਤ ਨਹੀਂ ਰਹਿਣ ਦਿੱਤਾ। ਜਿਹੜੇ ਚੰਗੇ ਭਲੇ ਪੁਰਸ਼ਾਂ ਦੀ ਨਿੰਦਿਆ ਕਰਦੇ, ਇੱਕ ਪਲ ਵੀ ਉਹਨਾਂ ਨੂੰ ਟਿਕਣ ਨਹੀਂ ਦਿੱਤਾ, ਭਾਵ ਸ਼ਾਂਤ ਨਹੀਂ ਰਹਿਣ ਦਿੱਤਾ, ਔਰ ਉਹਨਾਂ ਨੂੰ ਇੱਕ ਪਲ ਵਿੱਚ ਹੀ ਤਤਕਾਲ ਤੁਰੰਤ ਹੀ ਮਾਰ ਦਿੱਤਾ ਹੈ। ਹੁਣ ਇੱਥੇ ਮਾਰਨ ਦਾ ਮਤਲਬ ਇਹ ਨਹੀਂ ਹੈ ਕਿ ਜੋ ਕਿਸੇ ਦੀ ਨਿੰਦਿਆ ਕਰਦਾ ਹੈ ਸੱਚੇ ਬੰਦੇ ਦੀ, ਤੇ ਰੱਬ ਉਹਨੂੰ ਜਾਨੋਂ ਮਾਰ ਦਿੰਦਾ ਹੈ ਜਾਂ ਉਹਨੂੰ ਇੱਕ ਜਗ੍ਹਾ ਤੇ ਟਿਕਣ ਨਹੀਂ ਦਿੰਦਾ, ਖਲੋਣ ਨਹੀਂ ਦਿੰਦਾ। ਗੱਲ ਇਹ ਹੈ ਕਿ ਉਹ ਆਤਮਕ ਮੌਤ ਤੇ ਮਰ ਜਾਂਦਾ ਔਰ ਉਸ ਦਾ ਮਨ ਇੱਕ ਪਲ ਵਾਸਤੇ ਵੀ ਟਿਕਦਾ ਨਹੀਂ, ਸ਼ਾਂਤ ਨਹੀਂ ਹੁੰਦਾ। ਜੋ ਵੀ ਸੱਚੇ ਇਨਸਾਨਾਂ ਦੀ ਨਿੰਦਿਆ ਕਰਦਾ ਹੈ, ਬਦਖੂਹੀ ਕਰਦਾ ਹੈ, ਉਹ ਆਤਮਕ ਮੌਤ ਤੇ ਮਰ ਜਾਂਦਾ ਹੈ। ਉਹਨੂੰ ਇੱਕ ਪਲ ਵੀ ਸ਼ਾਂਤੀ ਨਹੀਂ ਆਉਂਦੀ, ਇੱਕ ਪਲ ਵੀ ਚੈਨ ਨਹੀਂ ਆਉਂਦਾ। ਉਹ ਹਮੇਸ਼ਾ ਹੀ ਈਰਖਾ ਔਰ ਨਿੰਦਾ ਦੀ ਅੱਗ ਦੇ ਅੰਦਰ ਸੜਦਾ ਰਹਿੰਦਾ ਹੈ। ਨਿੰਦਾ ਬਾਰੇ ਅਸੀਂ ਕਈ ਵਾਰ ਵਿਚਾਰ ਕਰ ਚੁੱਕੇ ਹਾਂ, ਪਰ ਫਿਰ ਵੀ ਸਾਨੂੰ ਥੋੜਾ ਜਿਹਾ ਰਿਪੀਟ ਕਰ ਲੈਣ ਦੀ ਲੋੜ ਹੈ। ਨਿੰਦਾ ਔਰ ਸਚਾਈ ਵਿੱਚ ਫਰਕ ਹੁੰਦਾ ਹੈ। ਦੋ ਨੂੰ ਦੋ ਕਹਿਣਾ, ਦੋ ਤੇ ਦੋ ਤਿੰਨ ਕਹਿਣਾ, ਇਹ ਨਿੰਦਾ ਹੈ। ਦੋ ਤੇ ਦੋ ਪੰਜ ਕਹਿਣਾ, ਇਹ ਕਿਸੇ ਦੀ ਚਾਪਲੂਸੀ ਹੈ। ਦੋ ਤੇ ਦੋ ਚਾਰ ਕਹਿਣਾ, ਇਹ ਸੱਚ ਹੈ। ਜੋ ਅਸੀਂ ਸੱਚ ਬੋਲ ਰਹੇ ਹਾਂ ਉਹਦੇ ਪਿੱਛੇ ਭਾਵਨਾ ਵੀ ਸੱਚੀ ਹੋਵੇ ਔਰ ਜਿਉਂ ਦਾ ਤਿਉਂ ਸੱਚੀ ਭਾਵਨਾ ਦੇ ਨਾਲ ਕਿਸੇ ਚੀਜ਼ ਨੂੰ ਪੇਸ਼ ਕੀਤਾ ਜਾਏ, ਉਹਨੂੰ ਅਸੀਂ ਕਹਿੰਦੇ ਹਾਂ ਸੱਚ। ਲੇਕਿਨ ਆਪਣੇ ਸਵਾਰਥ ਜਾਂ ਈਰਖਾਵਸ਼ ਕਿਸੇ ਦੇ ਗੁਣਾਂ ਨੂੰ ਵੀ ਔਗਣ ਬਣਾ ਕੇ ਪੇਸ਼ ਕਰਨਾ, ਇਹ ਉਹਦੀ ਨਿੰਦਿਆ ਹੈ। ਤਾਂ ਜੋ ਆਪਣੇ ਸਵਾਰਥ ਜਾਂ ਈਰਖਾ ਕਰਕੇ ਚੰਗੇ ਭਲੇ ਪੁਰਸ਼ਾਂ ਦੇ ਗੁਣਾਂ ਨੂੰ ਵੀ ਔਗਣ ਬਣਾ ਕੇ ਪੇਸ਼ ਕਰਦਾ ਹੈ, ਬਦਖੂਹੀ ਕਰਦਾ ਹੈ ਝੂਠੀ, ਪ੍ਰਭੂ ਨੇ ਉਹਨੂੰ ਇੱਕ ਪਲ ਵੀ ਟਿਕਣ ਨਹੀਂ ਦਿੱਤਾ, ਉਹਨੂੰ ਤਤਕਾਲ ਮਾਰ ਦਿੱਤਾ ਹੈ। ਭਾਵ ਕਿ ਉਹਦੀ ਆਤਮਕ ਮੌਤ ਹੋ ਜਾਂਦੀ ਹੈ, ਇਨਸਾਨੀਅਤ ਉਹਦੇ ਅੰਦਰੋਂ ਮਰ ਜਾਂਦੀ ਹੈ ਔਰ ਉਹਦੇ ਮਨ ਨੂੰ ਇੱਕ ਪਲ ਵਾਸਤੇ ਵੀ ਚੈਨ ਔਰ ਸ਼ਾਂਤੀ ਨਹੀਂ ਆਉਂਦੀ। ਪ੍ਰਭ ਦਾਸ ਕਾ ਦੁੱਖ ਨਾ ਖਵ ਸਕੈ, ਫੜ ਜੋਨੀ ਜੁੱਤੇ। ਖਵ ਦਾ ਮਤਲਬ ਹੁੰਦਾ ਹੈ ਸਹਾਰਨਾ, ਨਾ ਖਵ ਸਕੈ, ਸਹਾਰ ਨਹੀਂ ਸਕਦੇ। ਜੁੱਤੇ ਦਾ ਮਤਲਬ ਜੋ ਦਿੱਤੇ, ਜਿਵੇਂ ਬੈਲ ਨੂੰ ਪੰਜਾਲੀ ਵਿੱਚ ਜੋਦੀ ਦੇ, ਪਾ ਦਿੱਤੇ। ਜੋਨੀ ਦਾ ਮਤਲਬ ਪਸ਼ੂ ਬਿਰਤੀਆਂ ਦੇ ਵਿੱਚ। ਤਾਂ ਪ੍ਰਭੂ ਆਪਣੇ ਦਾਸਾਂ ਦਾ ਦੁੱਖ ਨਹੀਂ ਸਹਾਰ ਸਕਦੇ, ਭਾਵ ਬੰਦਗੀ ਕਰਨ ਵਾਲਿਆਂ ਨੂੰ ਦੁੱਖ ਵਿਕਾਰ ਨਹੀਂ ਪਾਉਂਦਾ, ਪਰ ਨਿੰਦਕਾਂ ਨੂੰ ਪ੍ਰਭੂ ਨੇ ਜੂਨ ਵਿੱਚ ਪਾ ਦਿੱਤਾ ਹੈ, ਮੀਨਸ ਕਿ ਪਸ਼ੂ ਬਿਰਤੀ ਵਿੱਚ ਪਾ ਦਿੱਤਾ ਹੈ। ਹੁਣ ਜੋ ਪ੍ਰਭੂ ਦੇ ਦਾਸ ਨੇ, ਉਹਨਾਂ ਨੂੰ, ਜਿਹੜੇ ਚੰਗੇ ਬੰਦੇ ਨੇ, ਉਹਨਾਂ ਨੂੰ ਨਿੰਦਿਆ ਦਾ ਕੋਈ ਫਰਕ ਨਹੀਂ ਪੈਂਦਾ। ਜੇ ਕੋਈ ਕਰ ਵੀ ਰਿਹਾ ਹੈ ਝੂਠੀ ਬਦਖੂਹੀ, ਤੇ ਉਹਦੇ ਨਾਲ ਕੀ ਫਰਕ ਪੈਂਦਾ? ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਆਪਣੇ ਸਿੱਧੇ ਰਾਸਤੇ ਦੇ ਉੱਤੇ ਤੁਰੇ ਜਾਂਦੇ ਨੇ, ਉਹ ਆਪਣੇ ਸੁਭਾਅ ਨੂੰ ਨਹੀਂ ਬਦਲਦੇ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਉਹ ਝੂਠੀ ਆਪਣੀ ਬਦਖੂਹੀ ਸੁਣ ਕੇ, ਨਿੰਦਿਆ ਸੁਣ ਕੇ ਆਪਣੇ ਗੁਣ ਨੂੰ ਗਵਾਉਂਦੇ ਨਹੀਂ, ਆਪਣੇ ਸੁਭਾਅ ਨੂੰ ਬਦਲਦੇ ਨਹੀਂ। ਜਿਵੇਂ ਚੰਦਨ ਦੇ ਚਾਰ ਚਫੇਰੇ ਸੱਪ ਵੀ ਲਟਕ ਜਾਣ, ਢੇਰ ਲੈਣ, ਤਾਂ ਵੀ ਉਹ ਆਪਣੀ ਸੁਗੰਧ ਔਰ ਆਪਣੀ ਸ਼ੀਤਲਤਾ ਨੂੰ ਗਵਾਉਂਦਾ ਨਹੀਂ ਹੈ। ਜਿਵੇਂ ਗੁਲਾਬ ਦੇ ਫੁੱਲ ਦੇ ਚਾਰ ਚਫੇਰੇ ਕੰਡੇ ਵੀ ਹੋਣ, ਤਾਂ ਵੀ ਉਹ ਆਪਣੀ ਸੁਗੰਧ ਔਰ ਕੋਮਲਤਾ ਨੂੰ ਗਵਾਉਂਦਾ ਨਹੀਂ। ਇਸੇ ਤਰ੍ਹਾਂ ਜੋ ਰੱਬ ਦੇ ਪਿਆਰੇ ਨੇ, ਉਹ ਆਪਣੇ ਸੁਭਾਅ ਨੂੰ ਬਦਲਦੇ ਨਹੀਂ, ਉਹ ਆਪਣੇ
ਗੁਣਾਂ ਨੂੰ ਬਦਲਦੇ ਨਹੀਂ, ਉਹ ਆਪਣੇ ਜੀਵਨ ਦੇ ਰਾਸਤੇ ਤੇ ਤੁਰੇ ਜਾਂਦੇ ਨੇ। ਲੇਕਿਨ ਜਿਹੜੇ ਨਿੰਦਕ ਨੇ ਉਹਨਾਂ ਨੂੰ ਪ੍ਰਭੂ ਨੇ ਪਸ਼ੂ ਬਿਰਤੀਆਂ ਵਿੱਚ ਪਾ ਦਿੱਤਾ ਹੁੰਦਾ ਹੈ, ਭਾਵ ਕਿ ਉਹਨਾਂ ਦੇ ਅੰਦਰੋਂ ਇਨਸਾਨੀਅਤ ਮੁੱਕ ਜਾਂਦੀ ਹੈ, ਉਹਨਾਂ ਦੇ ਅੰਦਰ ਪਸ਼ੂ ਬਿਰਤੀ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਜੀਵਨ ਵਿੱਚ ਹੈਵਾਨੀਅਤ ਪੈਦਾ ਹੋ ਜਾਂਦੀ ਹੈ। ਮੱਥੇ ਵਾਲ ਪਛਾੜਿਅਨ ਜਮ ਮਾਰਗ ਮੁੱਤੇ। ਮੱਥੇ ਵਾਲ ਦਾ ਮਤਲਬ ਮੱਥੇ ਦੇ ਵਾਲਾਂ ਤੋਂ ਫੜ ਕੇ, ਪਛਾੜਿਅਨ ਦਾ ਮਤਲਬ ਪਛਾੜੇ ਹਨ, ਯਾਨੀ ਪਟਕਾ ਕੇ ਮਾਰੇ ਨੇ। ਕਈ ਦਾ ਨਾ ਫਲਾਣੇ ਨੂੰ ਉਹਨਾਂ ਨੇ ਜੁੰਡਿਆਂ ਤੋਂ ਫੜ ਕੇ ਪਟਕਾ ਕੇ ਮਾਰਿਆ। ਤਾਂ ਇੱਥੇ ਮੱਥੇ ਵਾਲ ਪਛਾੜਨ ਦਾ ਮਤਲਬ ਇਹ ਨਹੀਂ ਕਿ ਰੱਬ ਆਣ ਕੇ ਵਾਲਾਂ ਤੋਂ ਫੜ ਕੇ ਤੇ ਧਰਤੀ ਤੇ ਪਟਕਾ ਕੇ ਮਾਰਦਾ। ਇੱਥੇ ਮੱਥੇ ਵਾਲ ਪਛਾੜਨ ਦਾ ਮਤਲਬ ਹੈਗਾ ਕਿ ਰੱਬ ਉਹਨਾਂ ਨੂੰ ਆਤਮਿਕ ਮੌਤ ਤੇ ਮਾਰ ਦਿੰਦਾ ਹੈ। ਜਮ ਮਾਰਗ ਮੁੱਤੇ, ਮੁੱਤੇ ਦਾ ਮਤਲਬ ਛੱਡ ਦਿੱਤੇ। ਜਮ ਮਾਰਗ ਦਾ ਮਤਲਬ ਜਮ ਦੇ ਰਾਹ ਵਿੱਚ, ਤੇ ਜਮ ਕਿਹੜੇ ਨੇ? ਕਾਮ, ਕ੍ਰੋਧ, ਲੋਭ ਆਦਿਕ। ਇਸ ਰਾਹ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਹੁੰਦਾ ਹੈ। ਉਹ ਇਹਨਾਂ ਵਿਕਾਰਾਂ ਦੇ ਅਧੀਨ ਪੈ ਰਹਿੰਦੇ ਨੇ ਔਰ ਉਹ ਆਤਮਿਕ ਮੌਤੇ ਮਰਦੇ ਰਹਿੰਦੇ, ਦੁੱਖ ਸਹਾਰਦੇ ਰਹਿੰਦੇ ਨੇ। ਭਾਵ ਕਿ ਜੋ ਨਿੰਦਕ ਨੇ ਉਹ ਜਮਾਂ ਦੇ ਮਾਰਗ ਤੇ ਪੈ ਜਾਂਦੇ ਨੇ, ਵਿਕਾਰਾਂ ਦੇ ਰਾਹਾਂ ਤੇ, ਆਤਮਿਕ ਮੌਤ ਦੇ ਰਾਹ ਪੈਂਦੇ ਨੇ ਔਰ ਆਖਿਰ ਉਹ ਆਤਮਿਕ ਮੌਤ ਤੇ ਮਰ ਜਾਂਦੇ ਨੇ। ਦੁੱਖ ਲੱਗੇ ਬਿਲ ਲਾਣਿਆ ਨਰਕ ਘੋਰ ਸੁੱਤੇ। ਦੁੱਖ ਲੱਗੇ ਦਾ ਮਤਲਬ ਦੁੱਖ ਲੱਗਣ ਕਰਕੇ, ਬਿਲ ਲਾਣਿਆਂ ਦਾ ਮਤਲਬ ਵਿਲਕਦੇ ਨੇ। ਨਰਕ ਘੋਰ ਸੁੱਤੇ, ਸੁੱਤੇ ਦਾ ਮਤਲਬ ਹੁੰਦਾ ਹੈ ਪੈ ਜਾਣਾ। ਸੁੱਤੇ ਦਾ ਮਤਲਬ ਜਿਵੇਂ ਸੌਂ ਗਿਆ, ਪੈ ਗਿਆ, ਤਾਂ ਉਹ ਘੋਰ ਨਰਕ ਦੇ ਵਿੱਚ ਪੈਂਦੇ ਨੇ। ਦੁੱਖ ਲੱਗਦਾ ਹੈ ਉਹਨਾਂ ਨੂੰ ਔਰ ਘੋਰ ਨਰਕ ਦੇ ਵਿੱਚ ਪੈ ਜਾਂਦੇ ਨੇ। ਇਹ ਨਹੀਂ ਕਿ ਮਰਨ ਤੋਂ ਬਾਅਦ ਨਰਕ ਵਿੱਚ ਪੈਂਦੇ ਨੇ, ਜਿਉਂਦੇ ਜੀ ਹੀ ਨਰਕ ਵਿੱਚ ਪਏ ਹੋਏ ਨੇ, ਕਿਉਂਕਿ ਨਿੰਦਿਆ ਕਰਨਾ ਆਪਣੇ ਆਪ ਦੇ ਵਿੱਚ ਇੱਕ ਨਰਕ ਹੈ। ਕਿਸੇ ਦੀ ਝੂਠੀ ਬਦਖੋਈ ਕਰੀ ਜਾਣੀ ਨਰਕ ਹੀ ਹੈ ਨਾ। ਔਰ ਵਿਲਕਦੇ ਰਹਿੰਦੇ ਨੇ। ਵਿਲਕਦੇ ਕਿਉਂ ਨੇ? ਕਿਉਂਕਿ ਅੰਦਰ ਈਰਖਾ ਹੁੰਦੀ ਹੈ। ਜਿਨ੍ਹਾਂ ਦੇ ਨਾਲ ਸਾਡੀ ਈਰਖਾ ਹੈ ਉਹ ਤਰੱਕੀ ਕਰਦੇ ਨੇ। ਉਹਨਾਂ ਦੇ ਤਰੱਕੀ ਕਰਨ ਦੇ ਨਾਲ ਸਾਨੂੰ ਹੋਰ ਸਗੋਂ ਸਾੜਾ ਹੁੰਦਾ, ਸਾਨੂੰ ਹੋਰ ਸਾੜਾ ਹੁੰਦਾ, ਅਸੀਂ ਹੋਰ ਸੜਦੇ ਹਾਂ, ਅਸੀਂ ਹੋਰ ਬਦਖੋਈ ਕਰਦੇ ਹਾਂ, ਅਸੀਂ ਹੋਰ ਕਲਪਨੇ ਆ। ਤੇ ਇਹ ਕਲਪਨਾ ਆਪਣੇ ਆਪ ਦੇ ਅੰਦਰ ਹੀ ਇੱਕ ਨਰਕ ਹੈ। ਈਰਖਾ ਦੀ ਅੱਗ ਦੇ ਅੰਦਰ ਬਿਨਾਂ ਮਤਲਬ ਤੋਂ ਸੜਦੇ ਰਹਿਣਾ ਨਰਕ ਹੀ ਤੇ ਹੈ। ਸੁਰਤ ਸਾਡੀ ਨਰਕ ਵਿੱਚ ਪੈ ਜਾਏ, ਸੂਝ ਸਾਡੀ ਨਰਕ ਵਿੱਚ ਪਈ ਹੋਵੇ, ਮੱਤ ਸਾਡੀ ਨਰਕ ਵਿੱਚ ਪਈ ਹੋਵੇ, ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਉਹ ਨਰਕ ਬਣਾ ਲੈਂਦੇ ਨੇ। ਦੁਖੀ ਹੁੰਦੇ ਨੇ, ਵਿਲਕਦੇ ਨੇ ਔਰ ਇਸ ਨਿੰਦਾ ਔਰ ਈਰਖਾ ਦੇ ਨਰਕ ਦੇ ਅੰਦਰ ਹਮੇਸ਼ਾ ਪੈ ਰਹਿੰਦੇ ਨੇ। ਕੰਠ ਲਾਏ ਦਾਸ ਰੱਖਿਅਨ ਨਾਨਕ ਹਰ ਸੱਤੇ। ਸੱਤੇ ਦਾ ਮਤਲਬ ਸੱਤ ਯਾਨੀ ਸੱਚਾ, ਰੱਖਿਅਨ ਦਾ ਮਤਲਬ ਰੱਖ ਲੈ। ਪਰ ਹੇ ਨਾਨਕ, ਸੱਚੇ ਪ੍ਰਭੂ ਨੇ ਆਪਣੇ ਸੇਵਕਾਂ ਨੂੰ ਆਪਣੇ ਗਲੇ ਲਾ ਕੇ ਬਚਾਇਆ ਹੈ, ਯਾਨੀ ਵਿਕਾਰਾਂ ਤੋਂ ਆਪਣੇ ਸੇਵਕਾਂ ਨੂੰ ਪ੍ਰਭੂ ਬਚਾ ਲੈਂਦਾ ਹੈ। ਹੁਣ ਕਿਉਂਕਿ ਉਹ ਗੁਣਾਂ ਦੇ ਨਾਲ ਜੁੜੇ ਨੇ, ਰੱਬੀ ਰਜਾ ਵਿੱਚ ਤਾਂ ਚੱਲ ਰਹੇ ਨੇ, ਤੇ ਰੱਬੀ ਰਜਾ ਵਿੱਚ ਤੁਰਨ ਕਰਕੇ, ਰੱਬੀ ਗੁਣਾਂ ਦੇ ਨਾਲ ਜੁੜਨ ਕਰਕੇ ਜੋ ਪ੍ਰਭੂ ਦੇ ਦਾਸ ਨੇ ਉਹ ਆਤਮਿਕ ਮੌਤ ਤੇ ਮਰਨ ਤੋਂ ਬਚ ਗਏ ਨੇ। ਉਹ ਇਸ ਈਰਖਾ ਦਵੇਸ਼ ਤੇ ਨਰਕ ਵਿੱਚ ਨਹੀਂ ਪੈਂਦੇ। ਉਹਨਾਂ ਦੇ ਅੰਦਰੋਂ ਇਨਸਾਨੀਅਤ ਨਹੀਂ ਮਰਦੀ। ਉਹਨਾਂ ਦੀ ਜ਼ਿੰਦਗੀ ਦੇ ਅੰਦਰ ਹਮੇਸ਼ਾ ਸ਼ਾਂਤੀ ਰਹਿੰਦੀ ਹੈ, ਸ਼ਾਂਤੀ ਗੁਆਚਦੀ ਨਹੀਂ। ਤਾਂ ਪ੍ਰਭੂ ਆਪਣੇ ਪਿਆਰਿਆਂ ਨੂੰ ਆਪਣੀ ਰਜਾ ਦੇ ਅੰਦਰ ਰੱਖ ਕੇ ਵਿਕਾਰਾਂ ਤੋਂ, ਪਾਪਾਂ ਤੋਂ ਬਚਾ ਲੈਂਦਾ ਹੈ। ਤਾਂ ਇਸ ਪਾਵਨ ਪੌੜੀ ਰਾਹੀਂ ਸਾਨੂੰ ਸਮਝਾਇਆ ਗਿਆ ਹੈ ਕਿ ਕਿਸੇ ਦੀ ਝੂਠੀ ਬਦਖੋਈ ਕਰਨੀ, ਨਿੰਦਿਆ ਕਰਨੀ ਆਪਣੇ ਆਪ ਦੇ ਅੰਦਰ ਇੱਕ ਨਰਕ ਹੈ। ਜਿਹੜਾ ਵੀ ਝੂਠੀ ਬਦਖੋਈ ਕਰੇਗਾ, ਈਰਖਾ ਦਵੇਸ਼ ਦੀ ਅੱਗ ਦੇ ਅੰਦਰ ਉਹ ਹਮੇਸ਼ਾ ਸੜਦਾ ਰਹੇਗਾ ਔਰ ਆਪਣੇ ਜੀਵਨ ਨੂੰ ਉਹ ਨਰਕ ਬਣਾ ਲਏਗਾ। ਦੂਜੇ ਪਾਸੇ ਜੋ ਪ੍ਰਭੂ ਦਾ ਦਾਸ ਹੈ ਉਹ ਐਸੇ ਨਿੰਦਕਾਂ ਦੀ ਪਰਵਾਹ ਨਹੀਂ ਕਰਦਾ ਹੈ। ਉਹ ਸੱਚੇ ਰਾਹਾਂ ਦੇ ਉੱਤੇ ਤੁਰਿਆ ਜਾਂਦਾ ਹੈ। ਉਹ ਆਪਣੇ ਜੀਵਨ ਦੇ ਰਾਸਤੇ ਨੂੰ ਬਦਲਦਾ ਨਹੀਂ ਔਰ ਉਹ ਆਤਮਿਕ ਮੌਤ ਤੇ ਮਰਨ ਤੋਂ ਬਚਦਾ ਹੈ। ਉਹਦੇ ਜੀਵਨ ਦੇ ਅੰਦਰ ਆਤਮਿਕ ਖੇੜਾ, ਆਤਮਿਕ ਆਨੰਦ, ਆਤਮਿਕ ਖੁਸ਼ੀਆਂ, ਆਨੰਦ, ਪ੍ਰਸੰਨਤਾ ਬਣੀ ਰਹਿੰਦੀ ਹੈ ਔਰ ਉਹਦਾ ਆਪਣਾ ਇਹ ਜੀਵਨ ਹੀ ਇੱਕ ਸਵਰਗ ਹੋ ਨਿਬੜਦਾ ਹੈ। ਸ਼ਲੋਕ ਮਹਿਲਾ ਪੰਜਵਾਂ। ਰਾਮ ਜਪੋ ਵੱਡ ਭਾਗੀ ਹੋ, ਜਲ ਥਲ ਪੂਰਨ ਸੋਏ। ਕਿ ਹੇ ਵੱਡੇ ਭਾਗਾਂ ਵਾਲਿਓ, ਖੁਸ਼ਕਿਸਮਤ ਲੋਗੋ, ਰਾਮ ਜਪੋ। ਜਪੋ ਦਾ ਮਤਲਬ ਜਾਣੋ, ਸਾਂਝ ਪਾਓ। ਰਾਮ ਦਾ ਮਤਲਬ ਜੋ ਰਮਿਆ ਹੋਇਆ ਹੈ। ਜਲ ਥਲ ਪੂਰਨ ਸੋਏ,
ਜਿਹੜਾ ਧਰਤੀ ਵਿੱਚ ਵੀ, ਆਕਾਸ਼ ਵਿੱਚ ਵੀ, ਜਲ ਵਿੱਚ ਵੀ, ਥਲ ਵਿੱਚ ਵੀ ਪਰਿਪੂਰਨ ਹੈ, ਜੋ ਪਾਣੀ ਵਿੱਚ, ਧਰਤੀ ਤੇ ਹਰ ਥਾਂ ਮੌਜੂਦ ਹੈ। ਹੇ ਵੱਡੇ ਭਾਗਾਂ ਵਾਲਿਓ, ਉਸ ਸਰਬ ਵਿਆਪਕ ਪ੍ਰਭੂ ਨੂੰ ਜਾਣੋ, ਉਹਦੇ ਨਾਲ ਸਾਂਝ ਪਾਓ, ਉਸ ਪ੍ਰਭੂ ਦੀ ਰਜ਼ਾ ਨੂੰ ਸਮਝੋ, ਉਹਦੇ ਗੁਣਾਂ ਨੂੰ ਜਾਣੋ, ਉਹਦੇ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੋ, ਉਹਨੂੰ ਆਪਣੇ ਅੰਦਰ ਔਰ ਦੂਜਿਆਂ ਦੇ ਅੰਦਰ ਵੇਖਣ ਦਾ ਯਤਨ ਕਰੋ। ਉਹਨੂੰ ਜਾਣੋ, ਜਾਣੋ ਦਾ ਮਤਲਬ ਸਾਂਝ ਪਾਓ, ਗੁਣਾਂ ਦੇ ਨਾਲ ਸਾਂਝ ਪਾਓ, ਔਰ ਸਰਬ ਵਿਆਪਕ ਪ੍ਰਭੂ ਨੂੰ ਸਮਝੋ। ਉਹਨੂੰ ਇਹ ਜਾਣ ਲਓ ਕਿ ਉਹ ਇਸ ਦੁਨੀਆ ਤੋਂ ਵੱਖਰਾ ਬੈਠਾ ਹੋਇਆ ਨਹੀਂ ਹੈ, ਜਗਤ ਦੇ ਜਰਰੇ ਜਰਰੇ ਦੇ ਅੰਦਰ ਸਮਾਇਆ ਹੋਇਆ ਹੈ। ਮੈਂ ਆਪਣੀ ਸਾਂਝ ਉਹਦੇ ਗੁਣਾਂ ਦੇ ਨਾਲ ਪਾਣੀ ਹੈ, ਉਹਦੀ ਰਜ਼ਾ ਦੇ ਵਿੱਚ ਤੁਰਨਾ ਹੈ, ਯਾਨੀ ਉਹਦੇ ਨਾਲ ਆਪਣੀ ਜਾਣ ਪਛਾਣ ਬਣਾਣੀ। ਨਾਨਕ ਨਾਮ ਧਿਆਏ ਬਿਘਨ ਨਾ ਲਾਗੈ ਕੋਈ। ਧਿਆਈਏ ਨਹੀਂ ਪੜਨਾ, ਧਿਆਏ। ਧਿਆਏ ਦਾ ਮਤਲਬ ਜੇ ਧਿਆਨ ਵਿੱਚ ਰੱਖਿਆ ਜਾਏ। ਨਾਮ ਧਿਆਏ ਦਾ ਮਤਲਬ ਜੇ ਨਾਮ ਜੋ ਹੁਕਮ ਹੈ ਰੱਬ ਦਾ, ਉਹਨੂੰ ਧਿਆਇਆ ਜਾਏ, ਧਿਆਨ ਵਿੱਚ ਰੱਖਿਆ ਜਾਏ, ਔਰ ਆਪਣੇ ਧਿਆਨ ਨੂੰ ਰੱਬੀ ਰਜ਼ਾ ਦੇ ਵਿੱਚ ਜੇ ਜੋੜਿਆ ਜਾਏ, ਉਸ ਜੀਵਨ ਦਾ ਰਿਜ਼ਲਟ ਕੀ ਨਿਕਲਦਾ ਹੈ? ਬਿਘਨ ਨਾ ਲਾਗੇ ਕੋਈ, ਤਾਂ ਫਿਰ ਜੀਵਨ ਦੇ ਅੰਦਰ ਕੋਈ ਰੁਕਾਵਟ ਨਹੀਂ ਆਉਂਦੀ, ਜੀਵਨ ਦੇ ਅੰਦਰ ਕੋਈ ਵਿਘਨ ਨਹੀਂ ਲੱਗਦਾ। ਆਤਮਕ ਜ਼ਿੰਦਗੀ ਅਸੀਂ ਹਾਸਲ ਕਰ ਲੈਂਦੇ ਹਾਂ ਜੇ ਆਪਣੇ ਧਿਆਨ ਦੇ ਅੰਦਰ ਪ੍ਰਭੂ ਦੇ ਹੁਕਮ ਨੂੰ ਵਸਾਇਆ ਜਾਏ, ਭਾਵ ਕਿ ਹੁਕਮ ਦੇ ਅੰਦਰ ਜ਼ਿੰਦਗੀ ਜੀਵੀ ਜਾਏ, ਰਜ਼ਾ ਭਾਣੇ ਵਿੱਚ ਜ਼ਿੰਦਗੀ ਜੀਵੀ ਜਾਏ, ਰੱਬੀ ਗੁਣਾਂ ਦੇ ਵਿੱਚ ਆਪਣੇ ਧਿਆਨ ਨੂੰ ਜੋੜਿਆ ਜਾਏ, ਆਪਣੇ ਧਿਆਨ ਵਿੱਚ ਰੱਬੀ ਗੁਣਾਂ ਨੂੰ ਵਸਾਇਆ ਜਾਏ, ਤਾਂ ਆਤਮਿਕ ਜੀਵਨ ਦੇ ਅੰਦਰ ਕੋਈ ਵਿਘਨ ਨਹੀਂ ਲੱਗਦਾ। ਯਾਨੀ ਆਤਮਿਕ ਜੀਵਨ ਫਿਰ ਹਾਸਲ ਕਰਨ ਵਿੱਚ ਕੋਈ ਕਠਿਨਾਈ ਨਹੀਂ ਆਉਂਦੀ, ਕੋਈ ਅੜਚਨ ਨਹੀਂ ਅੜਦੀ। ਬੰਦਾ ਆਤਮਿਕ ਜ਼ਿੰਦਗੀ ਜੀ ਸਕਦਾ ਹੈ ਜੇਕਰ ਉਹ ਰੱਬੀ ਰਜ਼ਾ ਦੇ ਅੰਦਰ ਆਪਣੇ ਧਿਆਨ ਨੂੰ ਜੋੜਦਾ ਹੈ। ਮਹਿਲਾ ਪੰਜਵਾਂ। ਕੋਟ ਬਿਘਨ ਤਿਸ ਲਾਗਤੇ ਜਿਸ ਨੂੰ ਵਿਸਰੈ ਨਾਉ। ਨਾਉ ਦਾ ਮਤਲਬ ਨਾਮ ਯਾਨੀ ਹੁਕਮ। ਜਿਸ ਨੂੰ ਪ੍ਰਭੂ ਦਾ ਹੁਕਮ ਵਿਸਰ ਜਾਂਦਾ ਹੈ, ਯਾਨੀ ਜੋ ਰੱਬੀ ਰਜ਼ਾ ਦੇ ਅੰਦਰ ਜ਼ਿੰਦਗੀ ਨਹੀਂ ਗੁਜ਼ਾਰਦਾ, ਜਿਹਨੂੰ ਇਹ ਯਾਦ ਹੀ ਨਹੀਂ ਕਿ ਮੈਂ ਰੱਬੀ ਰਜ਼ਾ ਵਿੱਚ ਜੀਣਾ ਹੈ, ਜਿਹਨੂੰ ਇਹ ਯਾਦ ਹੀ ਨਹੀਂ ਕਿ ਰੱਬੀ ਰਜ਼ਾ ਵਿੱਚ ਤੁਰਨ ਦੇ ਨਾਲ ਹੀ ਹਰ ਕਾਰਜ ਸਿਰੇ ਚੜ੍ਹਦਾ ਹੈ, ਤਾਂ ਉਹਦੀ ਜ਼ਿੰਦਗੀ ਦੇ ਅੰਦਰ ਕਰੋੜਾਂ ਵਿਘਨ ਲੱਗ ਜਾਂਦੇ ਨੇ, ਕਰੋੜਾਂ ਅੜਚਨਾ ਆ ਜਾਂਦੀਆਂ ਨੇ, ਕਰੋੜਾਂ ਰਾਹ ਦੇ ਅੰਦਰ ਰੁਕਾਵਟਾਂ ਆ ਜਾਂਦੀਆਂ ਨੇ। ਜਿਹਨੂੰ ਨਾਮ ਵਿਸਰ ਜਾਂਦਾ ਹੈ, ਭਾਵ ਜਿਹਨੂੰ ਰੱਬ ਦਾ ਹੁਕਮ ਵਿਸਰ ਜਾਂਦਾ ਹੈ, ਜਿਸਨੇ ਆਪਣੇ ਰੱਬ ਦੇ ਹੁਕਮ ਨੂੰ, ਰਜ਼ਾ ਨੂੰ, ਭਾਣੇ ਨੂੰ, ਲਾ ਆਫ ਨੇਚਰ ਨੂੰ ਆਪਣੇ ਦਿਮਾਗ ਚੋਂ ਕੱਢਿਆ ਹੋਇਆ ਹੈ, ਭੁਲਾਇਆ ਹੋਇਆ ਹੈ, ਉਹਦੇ ਜੀਵਨ ਦੇ ਅੰਦਰ ਵਿਘਨ ਲੱਗਦੇ ਨੇ। ਜਿਵੇਂ ਜੇ ਅਸੀਂ ਪਰਿਵਾਰਕ ਜ਼ਿੰਦਗੀ ਦੀ ਗੱਲ ਕਰੀਏ ਤਾਂ ਪਰਿਵਾਰਕ ਜੀਵਨ ਦੇ ਅੰਦਰ ਖੁਸ਼ੀਆਂ ਖੇੜੇ, ਆਨੰਦ ਪ੍ਰਸੰਨਤਾ ਚਾਹੀਦੀ ਹੈ, ਤਾਂ ਇਸ ਆਨੰਦ ਪ੍ਰਸੰਨਤਾ ਦੇ ਅੰਦਰ ਵਿਘਨ ਉਦੋਂ ਹੀ ਆ ਜਾਂਦੇ ਨੇ ਜਦੋਂ ਅਸੀਂ ਸਿਸਟਮ ਨੂੰ ਭੁਲਾ ਦਿੰਦੇ ਹਾਂ ਕਿ ਅਸੀਂ ਆਪਣੇ ਫਰਜ਼ਾਂ ਨੂੰ ਪੂਰੀਆਂ ਕਰਨਾ ਹੈ ਸੱਚ ਨੂੰ ਆਧਾਰ ਬਣਾ ਕੇ। ਜੇ ਕੋਈ ਸਕੂਲ ਦਾ ਬੱਚਾ ਹੈ, ਪੜ੍ਹਾਈ ਕਰ ਰਿਹਾ ਹੈ, ਜੇ ਉਹ ਸਿਸਟਮ ਨੂੰ ਭੁਲਾ ਦਿੰਦਾ ਹੈ ਤਾਂ ਉਹ ਫੇਲ ਹੋ ਜਾਏਗਾ। ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਿਸਟਮ ਹੈ ਕਿ ਮੈਂ ਹੋਮਵਰਕ ਜੋ ਟੀਚਰ ਵੱਲੋਂ ਮਿਲਿਆ ਹੈ ਉਹ ਕਰਨਾ ਹੈ, ਟੀਚਰ ਨੇ ਜੋ ਪੜ੍ਹਾ ਰਿਹਾ ਹੈ ਉਹਨੂੰ ਮੈਂ ਧਿਆਨ ਨਾਲ ਸੁਣਨਾ ਹੈ, ਔਰ ਰੋਜ਼ ਦਾ ਕੰਮ ਹਰ ਰੋਜ਼ ਕਰੀ ਜਾਣਾ ਹੈ। ਇਸ ਸਿਸਟਮ ਨੂੰ ਫੋਲੋ ਕਰਾਂਗਾ ਤਾਂ ਮੈਂ ਪਾਸ ਹੋਵਾਂਗਾ। ਪਰ ਜਿਹੜਾ ਇਸ ਚੀਜ਼ ਨੂੰ ਭੁੱਲ ਜਾਂਦਾ ਹੈ, ਖੇਲਾਂ ਵਿੱਚ ਲੱਗਾ ਰਹਿੰਦਾ ਹੈ, ਆਖਿਰ ਉਹਦੀ ਜ਼ਿੰਦਗੀ ਵਿੱਚ ਵਿਘਨ ਆ ਜਾਂਦਾ ਹੈ, ਉਹ ਬੰਦਾ ਫੇਲ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਬਾਕੀ ਕਾਰਜ ਨੇ, ਚਾਹੇ ਉਹ ਡਾਕਟਰਾਂ ਦੀ ਦੁਨੀਆ ਹੈ, ਇੰਜੀਨੀਅਰਾਂ ਦੀ ਦੁਨੀਆ ਹੈ, ਜਾਂ ਮਤਲਬ ਸਾਇੰਸ ਦੀ ਦੁਨੀਆ ਹੈ, ਧਰਮ ਦੀ ਦੁਨੀਆ ਹੈ, ਪਰਿਵਾਰਕ ਹੈ, ਵਿਵਹਾਰਕ ਹੈ, ਜਿੱਥੇ ਵੀ ਸਿਸਟਮ ਨੂੰ ਭੁਲਾ ਦਿੱਤਾ ਜਾਂਦਾ ਹੈ, ਹੁਕਮ ਨੂੰ ਭੁਲਾ ਦਿੱਤਾ ਜਾਂਦਾ ਹੈ, ਉਸ ਜੀਵਨ ਦੇ ਅੰਦਰ ਵਿਘਨ ਆ ਜਾਂਦੇ ਨੇ, ਉਹ ਕੋਈ ਵੀ ਕਾਰਜ ਸਿਰੇ ਨਹੀਂ ਚੜ੍ਹਦਾ। ਨਾਨਕ ਅਨਦਿਨ ਬਿਲਪਤੇ ਜਿਉ ਸੁਣੈ ਕਰ ਕਾਉ। ਕਾਉ ਨਹੀਂ ਪੜਨਾ, ਕਾਉ। ਕਾਉਣ ਦਾ ਮਤਲਬ ਕਾਂ। ਸੁਣਜੈ ਨਹੀਂ ਪੜਨਾ, ਜੱਜਾ ਜਾਂ ਝੱਜਾ ਨਹੀਂ ਬੁਲਾਣਾ, ਨੰਨਾ ਬੁਲਾਣਾ ਹੈ, ਸੁਣਜੈ। ਬਿਲਪਤੇ ਦਾ ਮਤਲਬ ਵਿਲਕਦੇ ਨੇ। ਜੋ ਇਨਸਾਨ ਰੱਬੀ ਰਜ਼ਾ ਹੁਕਮ ਨੂੰ ਭੁਲਾ ਦਿੰਦੇ ਨੇ, ਜਿਨ੍ਹਾਂ ਦੇ ਚਿੱਤ ਵਿੱਚ ਰੱਬੀ ਰਜ਼ਾ ਨਹੀਂ, ਰੱਬੀ ਗੁਣ ਨਹੀਂ, ਪ੍ਰਭੂ ਦੀ ਸਿਫਤ ਸਲਾਹ ਨਹੀਂ ਹੈ, ਉਹ ਇੰਜ ਵਿਲਕਦੇ ਨੇ ਜਿਵੇਂ ਸੁਣਨੇ ਕਾਂ, ਘਰ ਦੇ ਅੰਦਰ ਕਾਂ। ਹੁਣ ਜਿਹੜਾ ਘਰ ਉਜੜ ਗਿਆ ਹੈ, ਜਿਸ ਘਰ ਦੇ ਵਿੱਚ ਕੋਈ ਰਹਿੰਦਾ ਨਹੀਂ ਹੈ,
जिस घर दे लोग उस घर नूं छड्ड के किते होर चले गए ने, उस घर दे विच ਕਾਂ आ जाए ਤੇ ਬਨੇਰੇ ਤੇ ਬੈਠਾ ਕਾਂ ਕਾਂ ਕਰਦਾ ਰਹੇ, ਚੌਂਕੇ ਵਿੱਚ ਬਹਿ ਕੇ ਕਾਂ ਕਾਂ ਕਰਦਾ ਰਹੇ, ਤਾਂ ਉਹਨੂੰ ਖਾਣ ਨੂੰ ਮਿਲੇਗਾ ਨਹੀਂ। ਉਹ ਵਸਦੇ ਹੋਏ ਘਰ ਵਿੱਚ ਤਾਂ ਕੋਈ ਬੁਰਕੀ ਸੁੱਟ ਦੇਵੇਗਾ, ਜਾਂ ਕਿਤੇ ਕੋਈ ਜਗ੍ਹਾ ਤੇ ਕਿਸੇ ਤੇ ਜਗ੍ਹਾ ਤੇ ਕੋਈ ਦਾਣਾ, ਕੋਈ ਰੋਟੀ ਦਾ ਟੁਕੜਾ, ਕੁਛ ਨਾ ਕੁਛ ਨੂੰ ਪਿਆ ਹੋਇਆ ਮਿਲ ਜਾਏਗਾ, ਕਿਸੇ ਬਰਤਨ ਵਿੱਚੋਂ ਚੁੰਝ ਮਾਰ ਲਏਗਾ, ਕੁਛ ਨਾ ਕੁਛ ਉਹਨੂੰ ਮਿਲ ਸਕਦਾ ਹੈ ਵਸਦੇ ਘਰ ਵਿੱਚੋਂ। ਲੇਕਿਨ ਸੁੰਨੇ ਘਰ ਦੇ ਵਿੱਚ, ਜਿਹੜਾ ਘਰ ਦੇ ਵਿੱਚ ਕੋਈ ਵਸ ਹੀ ਨਹੀਂ ਰਿਹਾ, ਉੱਥੇ ਤੇ ਕਾਂ 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 ਹੀ ਕਰੇਗਾ, ਉਹਨੂੰ ਉੱਥੋਂ ਕੁਛ ਮਿਲੇਗਾ ਨਹੀਂ, ਖਾਲੀ ਰਹੇਗਾ, ਭੁੱਖਾ ਰਹੇਗਾ। ਇਸੇ ਤਰ੍ਹਾਂ ਉਹ ਲੋਕ ਨੇ ਜਿਨ੍ਹਾਂ ਨੇ ਰੱਬੀ ਹੁਕਮ ਨੂੰ ਭੁਲਾਇਆ ਹੈ, ਉਹ ਜਿਵੇਂ ਸੁੰਨੇ ਘਰ ਦੇ ਵਿੱਚ ਕਾਂ ਵਿਲਕਦਾ ਨਾ, ਉਵੇਂ ਇਸ ਦੁਨੀਆ ਦੇ ਅੰਦਰ ਵਿਚਰਦੇ ਨੇ, ਵਿਲਕਦੇ ਨੇ, ਦੁਖੀ ਹੁੰਦੇ ਨੇ, ਪਰ ਉਹਨਾਂ ਨੂੰ ਆਤਮਿਕ ਸ਼ਾਂਤੀ ਨਹੀਂ ਮਿਲਦੀ। ਕੋਈ ਰੱਬੀ ਗੁਣ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਹੁੰਦਾ। ਉਹ ਕੋਈ ਮਹਾਨ ਕਾਰਜ ਸਮਾਜ ਵਾਸਤੇ ਨਹੀਂ ਕਰਦੇ, ਆਪਣੇ ਜੀਵਨ ਵਿੱਚ ਵੀ ਉਹ ਸ਼ਾਂਤ ਨਹੀਂ, ਆਪਣੇ ਪਰਿਵਾਰ ਵਾਸਤੇ ਵੀ ਉਹਨਾਂ ਨੇ ਕੋਈ ਮਹਾਨ ਕਾਰਜ ਨਹੀਂ ਕੀਤਾ ਹੁੰਦਾ, ਸਮਾਜ ਨੂੰ ਵੀ ਉਹ ਕੋਈ ਚੰਗੀ ਦੇਣ ਨਹੀਂ ਦਿੰਦੇ ਔਰ ਚੰਗੀ ਜ਼ਿੰਦਗੀ ਨਹੀਂ ਜੀ ਪਾਉਂਦੇ। ਬਸ ਕਾਂ ਕਾਂ ਕਰਦੇ ਹੋਏ ਹੀ ਆਪਣਾ ਸਾਰਾ ਜੀਵਨ ਬੇਕਾਰ ਗਵਾ ਜਾਂਦੇ ਨੇ। ਕੌਣ? ਜਿਨ੍ਹਾਂ ਨੇ ਰੱਬੀ ਹੁਕਮ ਨੂੰ ਭੁਲਾਇਆ ਹੈ, ਸਿਸਟਮ ਨੂੰ ਭੁਲਾਇਆ ਹੈ, ਜੋ ਕਿਸੇ ਵੀ ਕਾਰਜ ਦੀ ਰਿਕੁਆਇਰਮੈਂਟ ਨੂੰ ਪੂਰਾ ਨਹੀਂ ਕਰਦੇ, ਜੋ ਰੱਬ ਦੇ ਗੁਣਾਂ ਦੇ ਧਾਰਨੀ ਨਹੀਂ ਹਨ, ਜਾਂ ਗੁਰਮਤਿ ਆਸ਼ੇ ਅਨੁਸਾਰ ਜੋ ਜ਼ਿੰਦਗੀ ਨਹੀਂ ਜੀ ਰਹੇ, ਉਹਨਾਂ ਦੀ ਹਾਲਾਤ ਐਸੀ ਹੋ ਜਾਂਦੀ ਹੈ। ਪੌੜੀ ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ। ਸਿਮਰ ਸਿਮਰ ਦਾ ਮਤਲਬ ਯਾਦ ਕਰ ਕਰਕੇ, ਦਾਤਾਰ ਦਾ ਮਤਲਬ ਦਾਤਾਂ ਦੇਣ ਵਾਲੇ ਨੂੰ, ਮਨੋਰਥ ਪੂਰਿਆ ਦਾ ਮਤਲਬ ਮਨੋਰਥ ਪੂਰੇ ਹੋ ਜਾਂਦੇ ਨੇ। ਜੋ ਦਾਤਾਂ ਦੇਣ ਵਾਲੇ ਪ੍ਰਭੂ ਨੂੰ ਯਾਦ ਰੱਖਦੇ ਨੇ, ਯਾਦ ਰੱਖਣ ਦਾ ਮਤਲਬ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਆਪਣੀ ਯਾਦ ਵਿੱਚ ਵਸਾਇਆ ਹੈ, ਰੱਬੀ ਹੁਕਮ ਨੂੰ ਯਾਦ ਵਿੱਚ ਵਸਾਇਆ ਹੈ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕੀਤਾ ਹੈ, ਯਾਦ ਵਿੱਚ ਵਸਾਇਆ ਹੈ। ਸਿਮਰਨ ਦਾ ਮਤਲਬ ਯਾਦ ਹੈ। ਉਹਨਾਂ ਦੇ ਮਨੋਰਥ ਪੂਰੇ ਹੋ ਜਾਂਦੇ ਨੇ। ਹੁਣ ਇਹ ਮਨੋਰਥ ਪੂਰੇ ਹੋਣ ਨੂੰ ਅਸਾਂ ਸਮਝਣਾ ਹੈ ਥੋੜਾ ਜਿਹਾ। ਮਨੋਰਥ ਇਹ ਨਹੀਂ ਵੀ ਉਹ ਕਾਰ ਮੰਗਦੇ ਨੇ ਤੇ ਕਾਰ ਮਿਲ ਜਾਂਦੀ ਹੈ, ਕੋਠੀ ਮੰਗਦੇ ਨੇ ਉਹਨਾਂ ਦੀ ਕੋਠੀ ਬਣ ਜਾਂਦੀ ਹੈ ਨਾਲ ਦੇ ਨਾਲ। ਮਨੋਰਥ ਦਾ ਮਤਲਬ ਹੁੰਦਾ ਹੈ ਸਾਡੀਆਂ ਆਸ਼ਾਵਾਂ ਔਰ ਤ੍ਰਿਸ਼ਨਾਵਾਂ। ਪੂਰਿਆ ਦਾ ਮਤਲਬ ਪੂਰੀਆਂ ਹੋ ਜਾਂਦੀਆਂ ਨੇ, ਪੂਰੀਆਂ ਦਾ ਮਤਲਬ ਮੁੱਕ ਜਾਂਦੀਆਂ ਨੇ। ਜੋ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ, ਸੋਚ ਵਿੱਚ ਵਸਾਉਂਦੇ ਨੇ, ਇੰਪਲੀਮੈਂਟ ਕਰਦੇ ਨੇ, ਉਹਨਾਂ ਦੀਆਂ ਜਿਹੜੀਆਂ ਆਸਾਵਾਂ, ਤ੍ਰਿਸ਼ਨਾਵਾਂ ਵਗੈਰਾ ਨੇ, ਉਹ ਪੂਰੀਆਂ ਹੋ ਜਾਂਦੀਆਂ ਨੇ। ਭਾਵ ਕਿ ਉਹ ਮੁੱਕ ਜਾਂਦੀਆਂ ਨੇ, ਉਹ ਖਤਮ ਹੋ ਜਾਂਦੀਆਂ ਨੇ। ਉਹਨਾਂ ਨੂੰ ਫਿਰ ਸੁੰਨੇ ਘਰ ਦੇ ਕਾਂ ਦੀ ਤਰ੍ਹਾਂ ਵਿਲਕਣਾ ਨਹੀਂ ਪੈਂਦਾ, ਸਗੋਂ ਉਹ ਸੁੱਖ, ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਮਾਣਦੇ ਨੇ। ਉਹਨਾਂ ਦੀਆਂ ਆਸਾਵਾਂ, ਤ੍ਰਿਸ਼ਨਾਵਾਂ ਇਹ ਉਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ ਨੇ, ਮੁੱਕ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਇੱਛ ਪੁੰਨੀ ਮਨ ਆਸ ਗਏ ਵਿਸੂਰਿਆ। ਮਨ ਆਸ ਦਾ ਮਤਲਬ ਮਨ ਵਿਚਲੀਆਂ ਆਸ਼ਾਵਾਂ, ਜਿਹੜੇ ਸਾਡੇ ਫੁਰਨੇ ਨੇ, ਆਸ਼ਾਵਾਂ ਨੇ, ਸਾਡੀਆਂ ਇੱਛਾਵਾਂ ਨੇ, ਔਰ ਉਹ ਇੱਛਾਵਾਂ ਜਿਹੜੀਆਂ ਬੇਕਾਰ ਨੇ, ਜਿਹੜੀਆਂ ਵਿਅਰਥ ਨੇ, ਜੋ ਸਾਡੇ ਅੰਦਰ ਮਾੜੀਆਂ ਬਿਰਤੀਆਂ ਨੇ। ਇੱਛ ਪੁੰਨੀ ਮਨ ਆਸ ਗਏ ਵਿਸੂਰਿਆ। ਵਿਸੂਰਿਆ ਦਾ ਮਤਲਬ ਵਿਸੂਰੇ, ਝੋਰੇ। ਮਨ ਵਿੱਚ ਉੱਠਦੀਆਂ ਆਸ਼ਾਵਾਂ ਔਰ ਇੱਛਾਵਾਂ ਪੂਰੀਆਂ ਦਾ ਮਤਲਬ ਮੁੱਕ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਤੇ ਜਦੋਂ ਅੰਦਰਲੀਆਂ ਮਾੜੀਆਂ ਬਿਰਤੀਆਂ, ਮਾੜੀਆਂ ਆਸ਼ਾਵਾਂ ਖਤਮ ਹੋ ਗਈਆਂ, ਗਏ ਵਿਸੂਰਿਆ, ਨਾਲ ਹੀ ਉਹਨਾਂ ਦੇ ਝੋਰੇ ਵੀ ਮਿਟ ਜਾਂਦੇ ਨੇ, ਚਿੰਤਾਵਾਂ ਵੀ ਮਿਟ ਜਾਂਦੀਆਂ ਨੇ, ਪਰੇਸ਼ਾਨੀਆਂ ਵੀ ਖਤਮ ਹੋ ਜਾਂਦੀਆਂ ਨੇ। ਦੇਖੋ ਹੁਣ ਮੇਰੀ ਜ਼ਿੰਦਗੀ ਵਿੱਚ ਪਰੇਸ਼ਾਨੀ ਕੀ ਹੈ ਕਿ ਮੈਂ ਈਰਖਾ ਕਰਦਾ ਹਾਂ, ਵਿਕਾਰ ਕਮਾਉਂਦਾ ਹਾਂ, ਚੋਰੀਆਂ ਕਰਦਾ ਹਾਂ, ਤਾਂ ਮੇਰੇ ਜੀਵਨ ਵਿੱਚ ਭੈ ਬਣਿਆ ਹੋਇਆ ਹੈ ਕਿ ਇਹ ਚੋਰੀ ਵੀ ਨਾ ਫੜੀ ਜਾਏ, ਇਹ ਵੀ ਨਾ ਫੜੀ ਜਾਏ, ਫਲਾਂ ਮਨੁੱਖ ਦੇ ਖਿਲਾਫ ਮੈਂ ਬੋਲਿਆ ਸਾਂ, ਉਹਨੂੰ ਵੀ ਨਾ ਪਤਾ ਲੱਗ ਜਾਏ। ਹੁਣ ਕਿੰਨੇ ਸਾਰੀਆਂ ਡਰ ਮੈਂ ਆਪਣੇ ਜੀਵਨ ਦੇ ਵਿੱਚ ਪੈਦਾ ਕੀਤੇ ਹੋਏ ਨੇ, ਕਿੰਨੀਆਂ ਸਾਰੀਆਂ ਗਲਤ ਆਸ਼ਾਵਾਂ ਬੰਦਾ ਮਨ ਦੇ ਵਿੱਚ ਲਈ ਫਿਰਦਾ ਹੈ। ਇਹਨਾਂ ਕਰਕੇ ਹੀ ਮੈਂ ਦੁਖੀ ਹਾਂ, ਇਹਨਾਂ ਕਰਕੇ ਹੀ ਮੈਂ ਅਸ਼ਾਂਤ ਹਾਂ। ਇਹੀ ਮੇਰੀਆਂ ਪਰੇਸ਼ਾਨੀਆਂ ਦਾ ਕਾਰਨ ਨੇ। ਤੇ ਜੇ ਮੇਰੇ ਅੰਦਰੋਂ ਇਹ ਮਾੜੀਆਂ ਬਿਰਤੀਆਂ ਮੁੱਕ ਜਾਣ, ਤਾਂ ਜੋ ਮਾੜੀਆਂ ਬਿਰਤੀਆਂ ਕਰਕੇ ਦੁੱਖ ਔਰ ਚਿੰਤਾਵਾਂ ਨੇ, ਉਹ ਵੀ ਨਾਲ ਦੇ ਨਾਲ ਹੀ ਖਤਮ ਹੋ ਜਾਣਗੀਆਂ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਪ੍ਰਭੂ ਦੇ ਗੁਣਾਂ ਨੂੰ ਆਪਣੀ ਯਾਦ ਵਿੱਚ ਵਸਾ ਲੈਂਦੇ ਨੇ, ਉਹਨਾਂ ਦੇ ਜੀਵਨ ਵਿੱਚੋਂ ਮਾੜੀਆਂ ਇੱਛਾਵਾਂ, ਆਸ਼ਾਵਾਂ ਮੁੱਕ ਜਾਂਦੀਆਂ ਨੇ,
ਉਹਨਾਂ ਦੀਆਂ ਚਿੰਤਾਵਾਂ, ਝੋਰੇ, ਕਾੜੇ, ਅੰਦੇਸ਼ੇ, ਫਿਕਰ, ਡਰ, ਸਹਿਮ ਆਦਿ ਖਤਮ ਹੋ ਜਾਂਦੇ ਨੇ। ਪਾਇਆ ਨਾਮ ਨਿਧਾਨ ਜਿਸ ਨੂੰ ਭਾਲਦਾ। ਭਾਲਦਾ ਦਾ ਮਤਲਬ ਲੱਭਦਾ। ਨਾਮ ਨਿਧਾਨ ਦਾ ਮਤਲਬ ਨਾਮ ਖਜ਼ਾਨਾ। ਜਿਸ ਨਾਮ ਖਜ਼ਾਨੇ ਨੂੰ ਲੱਭਦਾ ਸੀ ਬੰਦਾ ਉਸ ਨੂੰ ਫਿਰ ਪ੍ਰਾਪਤ ਕਰ ਲੈਂਦਾ। ਹੁਣ ਅਸੀਂ ਰੱਬ ਨੂੰ ਲੱਭ ਰਹੇ ਹਾਂ ਨਾ, ਆਮ ਬੰਦਾ ਰੱਬ ਨੂੰ ਲੱਭ ਰਿਹਾ ਹੈ ਤੇ ਰੱਬ ਲੱਭ ਨਹੀਂ ਰਿਹਾ। ਹੁਣ ਲੱਭੇ ਤਾਂ ਜੇ ਉਹ ਗੁਆਚਿਆ ਹੋ। ਰੱਬ ਗੁਆਚਿਆ ਥੋੜਾ ਹੈ। ਗੁਆਚਿਆ ਬੰਦਾ ਆਪ ਫਿਰਦਾ ਹੈ ਤੇ ਲੱਭਦਾ ਰੱਬ ਨੂੰ ਫਿਰਦਾ ਹੈ। ਸਾਡੇ ਕੋਲੋਂ ਰੱਬ ਨਹੀਂ ਗੁਆਚਿਆ ਹੋਇਆ, ਸਾਡੇ ਕੋਲੋਂ ਇਨਸਾਨੀਅਤ ਗੁਆਚੀ ਪਈ ਹੈ, ਦਇਆ ਗੁਆਚ ਗਈ ਹੈ, ਪ੍ਰੇਮ ਗੁਆਚ ਗਿਆ ਹੈ, ਮਨੁੱਖਤਾ ਗੁਆਚ ਗਈ ਹੈ। ਤੇ ਇਹੀ ਰੱਬ ਸੀ, ਇਹੀ ਰੱਬ ਦੇ ਗੁਣ ਸੀ। ਲੱਭਦੇ ਅਸੀਂ ਰੱਬ ਨੂੰ ਫਿਰ ਰਹੇ ਹਾਂ ਮਾੜੀਆਂ ਬਿਰਤੀਆਂ, ਮਾੜੇ ਕਰਮ ਕਰਕੇ ਤੇ ਵਿਖਾਵੇ ਦੇ ਕਰਮ ਕਾਂਡ ਕਰਕੇ। ਅਸੀਂ ਸੋਚ ਰਹੇ ਹਾਂ ਵੀ ਉਤਲਾ ਜਿਹੜਾ ਰੱਬ ਸਵਰਗ ਵਿੱਚ ਬੈਠਾ ਹੈ ਉਹ ਥੱਲੇ ਆਏਗਾ, ਉਹ ਸਾਨੂੰ ਦਰਸ਼ਨ ਦੇਗਾ। ਉਹਨੇ ਕਦੇ ਥੱਲੇ ਆਉਣਾ ਨਹੀਂ, ਕਦੇ ਦਰਸ਼ਨ ਦੇਣੇ ਨਹੀਂ, ਕਿਉਂਕਿ ਉੱਤੇ ਹੋਵੇ ਤੇ ਆਵੇ, ਜਿਹੜਾ ਹੈ ਹੀ ਨਹੀਂ ਉੱਤੇ ਉਹਨੇ ਆਉਣਾ ਕਿੱਥੋਂ ਹੈ। ਤੇ ਜਿਹੜਾ ਹਰ ਥਾਂ ਤੇ ਹੈ ਉਹਨੇ ਜਾਣਾ ਕਿੱਥੇ, ਉਹ ਹੈ ਹੀ ਹਰ ਥਾਂ, ਘੱਟ ਘੱਟ ਮੈਂ ਹਰ ਜੂ ਵਸੇ। ਉਹਨੂੰ ਅਸੀਂ ਵੇਖ ਨਹੀਂ ਰਹੇ ਤੇ ਜਿਹਨੇ ਸਾਨੂੰ ਕਦੇ ਦਿਸਣਾ ਨਹੀਂ ਉਹਨੂੰ ਅਸੀਂ ਵੇਖਣ ਦਾ ਯਤਨ ਕਰ ਰਹੇ। ਜਿਹੜਾ ਸਾਡੇ ਸਾਹਮਣੇ ਹੈ ਉਹਨੂੰ ਅਸੀਂ ਮਿਲਣਾ ਨਹੀਂ ਚਾਹ ਰਹੇ ਤੇ ਜਿਹਨੇ ਕਦੇ ਮਿਲਣਾ ਹੀ ਨਹੀਂ ਉਹਦੇ ਮਿਲਣ ਵਾਸਤੇ ਸਾਰੀ ਜ਼ਿੰਦਗੀ ਅਸੀਂ ਲਾ ਰਹੇ ਹਾਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਨੂੰ ਬੰਦਾ ਭਾਲਦਾ ਸੀ ਨਾ, ਉਹ ਨਾਮ ਖਜ਼ਾਨਾ ਮਿਲ ਜਾਂਦਾ ਹੈ ਆਪਣੇ ਅੰਦਰੋਂ। ਕਦੋਂ ਮਿਲ ਜਾਂਦਾ ਹੈ? ਜਦੋਂ ਬੰਦਾ ਰੱਬੀ ਰਜ਼ਾ ਵਿੱਚ ਤੁਰਦਾ ਹੈ, ਜਦੋਂ ਬੰਦਾ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਔਰ ਜਦੋਂ ਬੰਦਾ ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਦਾ ਹੈ। ਜਦੋਂ ਅਸੀਂ ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਾਂਗੇ ਨਾ, ਉਦੋਂ ਜਿਹੜਾ ਸੁੱਖ ਮਿਲੇਗਾ, ਫਿਰ ਸਾਨੂੰ ਪਤਾ ਲੱਗੇਗਾ ਵੀ ਵਾਸਤਵ ਦੇ ਵਿੱਚ ਸੁੱਖ ਤੇ ਇਹ ਸੀ। ਜਿਹੜੇ ਸੁੱਖ ਨੂੰ ਬੰਦਾ ਭਾਲਦਾ ਨਾ ਕਿ ਮੈਂ ਸੁਖੀ ਹੋਵਾਂ, ਮੈਂ ਸ਼ਾਂਤ ਹੋਵਾਂ, ਮੈਨੂੰ ਦੁਨੀਆ 'ਚੋਂ ਪਿਆਰ ਮਿਲੇ, ਮੈਨੂੰ ਸਤਿਕਾਰ ਮਿਲੇ, ਮੈਨੂੰ ਮੁਕਤੀ ਮਿਲੇ, ਲੇਕਿਨ ਸੁੱਖ ਮਿਲ ਨਹੀਂ ਰਿਹਾ। ਹਾਲਾਂਕਿ ਸੁੱਖਾਂ ਦੇ ਸਾਧਨ ਸਾਰੇ ਮੌਜੂਦ ਨੇ। ਪੈਸਾ ਹੈ, ਧੀਆਂ ਪੁੱਤਰ ਨੇ, ਭੈਣ ਭਰਾ ਨੇ, ਪਦਵੀਆਂ ਨੇ, ਨੌਕਰੀਆਂ ਪੇਸ਼ੇ ਨੇ। ਚੰਦ ਲੋਕਾਂ ਕੋਲ ਨਹੀਂ, ਉਹ ਗਰੀਬ ਨੇ ਚੰਦ ਲੋਕ, ਬਾਕੀ ਤੇ ਬਹੁਤਿਆਂ ਕੋਲ ਤਾਂ ਹੈ ਨੇ। ਤੇ ਜਿਨ੍ਹਾਂ ਦੇ ਕੋਲ ਇਹ ਸਾਰੇ ਸੁੱਖਾਂ ਦੇ ਸਾਧਨ ਨੇ, ਉਹਨਾਂ ਤੋਂ ਪੁੱਛੋ ਕਿ ਤੁਸੀਂ ਸੁਖੀ ਹੋ, ਤਾਂ ਬਹੁਤਾਤ ਗਿਣਤੀ ਵਿੱਚ ਜਵਾਬ ਇਹੀ ਆਏਗਾ ਕਿ ਨਹੀਂ, ਸੁਖੀ ਨਹੀਂ, ਖੁਸ਼ ਨਹੀਂ ਹਾਂ। ਚੰਦ ਲੋਕ ਨੇ ਜਿਹੜੇ ਖੁਸ਼ ਨੇ ਆਪਣੀ ਜ਼ਿੰਦਗੀ ਤੋਂ, ਸੰਤੁਸ਼ਟ ਨੇ ਆਪਣੇ ਜੀਵਨ ਤੋਂ, ਜੋ ਸਹੀ ਜ਼ਿੰਦਗੀ ਜੀ ਰਹੇ ਨੇ। ਤਾਂ ਜਦੋਂ ਅਸੀਂ ਇਹਨਾਂ ਗੁਣਾਂ ਨੂੰ ਗਾਵਾਂਗੇ ਨਾ, ਗੁਣਾਂ ਨੂੰ ਇੰਪਲੀਮੈਂਟ ਕਰਾਂਗੇ, ਤਾਂ ਫਿਰ ਜਿਹੜੇ ਸੁੱਖ ਨੂੰ ਲੱਭਦੇ ਸਾਂ ਉਹ ਸੁੱਖ ਲੱਭ ਜਾਏਗਾ, ਸੁਖੀ ਹੋ ਜਾਵਾਂਗੇ, ਸ਼ਾਂਤੀ ਆ ਜਾਏਗੀ, ਮਿਲ ਜਾਏਗੀ। ਪਰ ਮਿਲੇਗੀ ਕਦੋਂ? ਜਦੋਂ ਅਸੀਂ ਰੱਬੀ ਗੁਣਾਂ ਨੂੰ ਮਨ ਵਿੱਚ ਵਸਾਵਾਂਗੇ, ਜਦੋਂ ਅਸੀਂ ਰੱਬੀ ਰਜ਼ਾ ਵਿੱਚ ਤੁਰਾਂਗੇ, ਇਹਨਾਂ ਚੀਜ਼ਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਾਂਗੇ ਮਨ, ਬਚਨ ਔਰ ਕਰਮ ਕਰਕੇ, ਤਾਂ ਫਿਰ ਜਿਸ ਖਜ਼ਾਨੇ ਦੀ ਭਾਲ ਬੰਦਾ ਕਰਦਾ ਹੈ ਉਹ ਖਜ਼ਾਨੇ ਨੂੰ ਪਾ ਲਵੇਗਾ। ਜੋਤ ਮਿਲੀ ਸੰਗ ਜੋਤ ਰਹਿਆ ਕਾਲ ਦਾ। ਜੋਤ ਮਿਲੀ ਸੰਗ ਜੋਤ, ਜੋਤ ਦੇ ਨਾਲ ਜੋਤ ਮਿਲ ਜਾਂਦੀ ਹੈ। ਹੁਣ ਜੋਤ ਕੀ ਹੈ? ਜੋਤ ਦਾ ਮਤਲਬ ਕੋਈ ਦੀਵੇ ਦੀ ਬੱਤੀ ਵਰਗੀ ਜੋਤ ਨਹੀਂ ਹੈ। ਇੱਥੇ ਹੁਣ ਜੋਤ ਨੂੰ ਜੇਕਰ ਅਸੀਂ ਸਮਝਣਾ ਹੋਏ ਨਾ, ਤੇ ਇਸ ਜੋਤ ਦੀ ਜਗ੍ਹਾ ਤੇ ਸੋਚ ਸ਼ਬਦ ਲਾ ਕੇ ਦੇਖੋ। ਸੋਚ, ਜੋ ਸਾਡੀ ਸੋਚ ਹੈ ਸੀਮਤ, ਉਹ ਗੁਰੂ ਦੀ ਸੋਚ ਵਿੱਚ ਮਿਲ ਜਾਏ। ਸਾਡੀ ਸੋਚ ਗੁਰੂ ਦੀ ਸੋਚ ਵਿੱਚ ਮਿਲ ਜਾਏ, ਸਾਡੀ ਸੋਚ ਰੱਬ ਦੀ ਸੋਚ ਵਿੱਚ ਮਿਲ ਜਾਏ, ਤਾਂ ਅਸੀਂ ਰੱਬ ਵਰਗੇ ਹੋ ਗਏ ਨਾ। ਰੱਬ ਵਰਗੇ ਹੋਣ ਲਈ ਸਾਨੂੰ ਕਿਸ ਚੀਜ਼ ਦੀ, ਅਸੀਂ ਵਖੇਵਾ ਕਿਸ ਚੀਜ਼ ਦਾ ਹੈ? ਸਾਡਾ ਤੇ ਰੱਬ ਦਾ ਵਖੇਵਾ ਕਿਸ ਚੀਜ਼ ਦਾ? ਸਾਡਾ ਤੇ ਗੁਰੂ ਦਾ ਵਖੇਵਾ ਕਿਸ ਚੀਜ਼ ਦਾ? ਸੋਚ ਦਾ ਨਾ। ਗੁਰੂ ਦੀ ਸੋਚ ਵਿਸ਼ਾਲ ਹੈ। ਗੁਰੂ ਦੀ ਸੋਚ ਵਿੱਚ ਕੋਈ ਜਾਤੀਵਾਦ ਨਹੀਂ, ਮੇਰ ਤੇਰ ਨਹੀਂ। ਉੱਥੇ ਨਿਰੋਲ ਸੱਚਾਈ ਹੈ, ਨਿਰਵੈਰਤਾ ਹੈ, ਨਿਰਭੈਤਾ ਹੈ, ਦਿਆਲਤਾ ਹੈ। ਤੇ ਸਾਡੀ ਸੋਚ ਵਿੱਚ ਜਾਤੀਵਾਦ ਹੈ, ਮੇਰ ਤੇਰ ਹੈ, ਕਠੋਰਤਾ ਹੈ, ਗੁੱਸਾ ਹੈ, ਲੋਭ ਹੈ, ਕ੍ਰੋਧ ਹੈ। ਇਹ ਸੋਚ ਦਾ ਹੀ ਫਰਕ ਹੈ ਨਾ, ਹੋਰ ਕਾਹਦਾ ਫਰਕ ਹੈ? ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਫਿਰ ਰੱਬੀ ਗੁਣਾਂ ਦਾ ਬੰਦਾ ਧਾਰਨੀ ਹੁੰਦਾ ਹੈ, ਰੱਬੀ ਰਜ਼ਾ ਵਿੱਚ ਤੁਰਦਾ ਹੈ, ਆਪਣੀ ਈਗੋ ਨੂੰ ਛੱਡਦਾ ਹੈ, ਤਾਂ ਉਹਦੀ ਸੋਚ ਫਿਰ ਰੱਬੀ ਸੋਚ ਦੇ ਵਿੱਚ ਮਿਲ ਜਾਂਦੀ ਹੈ। ਰਹਿਆ ਕਾਲ ਦਾ,
ਰਿਹਾ ਦਾ ਮਤਲਬ ਰਹਿ ਗਿਆ, ਹਟ ਗਿਆ, ਖਤਮ ਹੋ ਗਿਆ। ਘਾਲਦਾ ਦਾ ਮਤਲਬ ਜਿਹੜੀ ਭੱਜ ਦੌੜ ਸੀ ਮਾਇਆ ਵਾਸਤੇ, ਵਿਕਾਰਾਂ ਵਾਸਤੇ, ਉਹ ਭੱਜ ਦੌੜ ਖਤਮ ਹੋ ਜਾਂਦੀ। ਜਦੋਂ ਜੋਤ ਰੱਬ ਦੀ ਜੋਤ ਵਿੱਚ ਮਿਲ ਗਈ, ਸਾਡੀ ਸੋਚ ਰੱਬ ਦੀ ਸੋਚ ਵਿੱਚ ਮਿਲ ਗਈ, ਤਾਂ ਸੋਚ ਮਿਲਣ ਤੋਂ ਬਾਅਦ ਸਾਡੀ ਵਿਕਾਰਾਂ ਵਾਲੀ ਭੱਜ ਦੌੜ ਖਤਮ ਹੋ ਗਈ। ਹੁਣ ਜਿਹੜਾ ਦਰਿਆ ਦਾ ਪਾਣੀ ਸਮੁੰਦਰ ਵਿੱਚ ਜਾ ਕੇ ਖਤਮ ਪੈ ਗਿਆ, ਉਹਦੀ ਯਾਤਰਾ ਖਤਮ ਹੋ ਗਈ। ਹੁਣ ਅੱਗੇ ਜਾਣਾ ਕਿੱਥੇ? ਸਮੁੰਦਰ ਵਿੱਚ ਪੈ ਗਿਆ, ਯਾਤਰਾ ਖਤਮ। ਭੱਜ ਦੌੜ ਤੇ ਉਦੋਂ ਤੱਕ ਸੀ ਨਾ ਜਦੋਂ ਤੱਕ ਸਮੁੰਦਰ ਵਿੱਚ ਨਹੀਂ ਪਹੁੰਚਦਾ। ਸਾਡੀ ਵਿਕਾਰਾਂ ਵੱਲ ਭੱਜ ਦੌੜ ਉਦੋਂ ਤੱਕ ਹੀ ਜਦੋਂ ਤੱਕ ਸਾਡੀ ਸੋਚ ਰੱਬੀ ਸੋਚ ਤੋਂ ਵੱਖਰੀ ਹੈ, ਗੁਰੂ ਤੋਂ ਵੱਖਰੀ ਹੈ। ਤੇ ਜੇ ਅਸੀਂ ਆਪਣੀ ਈਗੋ ਨੂੰ ਛੱਡ ਕੇ, ਆਪਣੀ ਮੱਤ ਨੂੰ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋ ਜਾਈਏ, ਤਾਂ ਫਿਰ ਵਿਕਾਰਾਂ ਵੱਲ ਭੱਜ ਦੌੜ ਖਤਮ ਹੋ ਜਾਏਗੀ। ਰਹਿਆ ਘਾਲਦਾ ਦਾ ਮਤਲਬ ਉਹ ਘਾਲਣਾ ਜਿਹੜੀ ਦੁਨੀਆਦਾਰੀ ਵਾਸਤੇ, ਵਿਕਾਰਾਂ ਵਾਸਤੇ ਘਾਲਣੀ ਸੀ, ਉਧਰੋਂ ਫਿਰ ਬੰਦਾ ਰਹਿ ਜਾਂਦਾ ਹੈ, ਮੁੱਕ ਜਾਂਦੀਆਂ ਨੇ ਉਹ ਘਾਲਣਾ, ਉਹ ਮੁਸ਼ੱਕਤ ਮੁੱਕ ਜਾਂਦੀ ਹੈ। ਸੂਖ ਸਹਿਜ ਆਨੰਦ ਵੁੱਠੇ ਤਿਤ ਘਰ। ਤਿਤ ਘਰ ਦਾ ਮਤਲਬ ਉਸ ਘਰ ਵਿੱਚ, ਉਸ ਹਿਰਦੇ ਵਿੱਚ। ਸੁਖ ਸਹਿਜ ਦਾ ਮਤਲਬ ਆਤਮਕ ਅਡੋਲਤਾ ਦਾ ਆਨੰਦ। ਤਾਂ ਉਸ ਮਨੁੱਖ ਦੇ ਘਰ ਵਿੱਚ ਸੁਖ, ਅਡੋਲਤਾ ਔਰ ਖੁਸ਼ੀ ਆ ਵਸਦੀ ਹੈ। ਯਾਨੀ ਉਹ ਬੰਦਾ ਸੁਖੀ ਔਰ ਸ਼ਾਂਤ ਹੋ ਜਾਂਦਾ ਹੈ। ਉਹਦੇ ਜੀਵਨ ਵਿੱਚ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ। ਆਤਮਕ ਅਡੋਲਤਾ ਤੋਂ ਭਾਵ ਮਨ, ਬਚਨ ਔਰ ਕਰਮ ਕਰਕੇ ਉਹ ਸੱਚ ਦਾ ਧਾਰਨੀ ਹੋ ਜਾਂਦਾ ਹੈ ਤੇ ਉਸ ਦੀ ਜ਼ਿੰਦਗੀ ਦੇ ਵਿੱਚ ਆਨੰਦ ਬਣ ਜਾਂਦਾ ਹੈ। ਆਨੰਦ ਇੱਕ ਉਸ ਅਵਸਥਾ ਦਾ ਨਾਮ ਹੈ ਜਿੱਥੇ ਜਾ ਕੇ ਬੰਦੇ ਦੀ ਸੋਚ ਵਿੱਚੋਂ ਮੇਰ ਤੇਰ ਮੁੱਕ ਜਾਂਦੀ ਹੈ, ਜਿੱਥੇ ਜਾ ਕੇ ਅਗਿਆਨਤਾ ਖਤਮ ਹੋ ਜਾਂਦੀ ਹੈ, ਸੈਲਫਿਸ਼ਨੈਸ ਖਤਮ ਹੋ ਜਾਂਦੀ ਹੈ, ਜਿੱਥੇ ਜਾ ਕੇ ਬੰਦਾ ਹਰ ਪਾਸੇ ਪ੍ਰਭੂ ਦਾ ਨੂਰ, ਜ਼ਹੂਰ ਔਰ ਜਲਵਾ ਵੇਖਦਾ ਹੈ ਔਰ ਰੱਬ ਦੇ ਵਿੱਚ ਇੱਕਮਿਕ ਹੋ ਜਾਂਦਾ ਹੈ। ਉਸ ਅਵਸਥਾ ਨੂੰ ਆਨੰਦ ਕਹਿੰਦੇ। ਤਾਂ ਗੁਰੂ ਜੀ ਕਹਿੰਦੇ ਨੇ ਉਸ ਹਿਰਦੇ ਘਰ ਵਿੱਚ ਸੁੱਖ, ਆਤਮਕ ਅਡੋਲਤਾ ਔਰ ਆਨੰਦ ਆਦਿਕ ਆ ਵਸਦੇ ਨੇ। ਆਵਣ ਜਾਣ ਰਹੇ ਜਨਮ ਨਾ ਤਹਾਂ ਮਰ। ਆਵਣ ਜਾਣ ਰਹੇ, ਆਵਣ ਜਾਣ ਦਾ ਮਤਲਬ ਭਟਕਣਾ। ਉਹਦੀ ਭਟਕਣਾ ਖਤਮ ਹੋ ਜਾਂਦੀ ਹੈ। ਮਨ ਕਦੇ ਇੱਥੇ, ਮਨ ਕਦੇ ਉਧਰ ਭਟਕਦਾ ਹੈ ਨਾ। ਆਵਣ ਜਾਵਣ ਦਾ ਮਤਲਬ ਭਟਕਣਾ। ਉਹਦਾ ਮਨ ਫਿਰ ਭਟਕਦਾ ਨਹੀਂ, ਉਹਦਾ ਮਨ ਆਪਣੇ ਗੋਲ ਤੇ ਟਿਕ ਜਾਂਦਾ ਹੈ। ਸਤ ਸੰਤੋਖ ਦਇਆ ਧਰਮ ਦੇ ਵਿੱਚ ਉਹਦਾ ਮਨ ਟਿਕ ਜਾਂਦਾ ਹੈ। ਉਹਦਾ ਮਨ ਵਿਕਾਰਾਂ ਵੱਲ ਭਟਕਦਾ ਨਹੀਂ। ਜਨਮ ਨਾ ਤਹਾਂ ਮਾਰ, ਉੱਥੇ ਜਨਮ ਮਰਨ ਨਹੀਂ ਹੈ। ਜਨਮ ਮਰਨ ਦਾ ਮਤਲਬ ਪਸ਼ੂ ਬਿਰਤੀਆਂ। ਉਹ ਮਨੁੱਖ ਪਸ਼ੂ ਬਿਰਤੀਆਂ ਵਿੱਚ ਨਹੀਂ ਪੈਂਦਾ। ਨਾ ਉਹਦਾ ਮਨ ਭਟਕਦਾ ਹੈ, ਨਾ ਹੀ ਉਹਦਾ ਮਨ ਫਿਰ ਪਸ਼ੂ ਬਿਰਤੀਆਂ ਵਿੱਚ ਪੈਂਦਾ ਹੈ। ਸਗੋਂ ਉਹਦਾ ਮਨ ਇੱਕ ਪ੍ਰਭੂ ਦੇ ਅੰਦਰ ਮਿਲ ਕੇ ਟਿਕ ਜਾਂਦਾ ਹੈ ਆਪਣੇ ਗੋਲ ਦੇ ਉੱਤੇ। ਸਾਹਿਬ ਸੇਵਕ ਇੱਕ ਦ੍ਰਿਸ਼ਟਾਇਆ। ਇਸ ਅਵਸਥਾ ਵਿੱਚ ਜਦੋਂ ਬੰਦਾ ਪਹੁੰਚਦਾ ਨਾ, ਜਦੋਂ ਸੋਚ ਐਸੀ ਬਣਦੀ ਹੈ, ਤਾਂ ਗੁਰੂ ਜੀ ਕਹਿੰਦੇ ਨੇ ਸੇਵਕ ਤੇ ਮਾਲਕ ਇੱਕ ਰੂਪ ਨਜ਼ਰੀ ਆਉਂਦੇ ਨੇ। ਫਿਰ ਫਰਕ ਨਹੀਂ ਹੁੰਦਾ ਵੀ ਸੇਵਕ ਕੌਣ ਹੈ ਤੇ ਮਾਲਕ ਕੌਣ ਹੈ। ਸੇਵਕ ਔਰ ਮਾਲਕ ਇੱਕ ਰੂਪ ਹੋ ਜਾਂਦੇ ਨੇ। ਹੁਣ ਦੇਖੋ, ਸਾਹਿਬ ਸ੍ਰੀ ਗੁਰੂ ਅੰਗਦ ਪਾਤਸ਼ਾਹ ਜੀ ਭਾਈ ਲਹਿਣੇ ਦੇ ਰੂਪ ਵਿੱਚ ਸੇਵਕ ਬਣ ਕੇ ਆਏ, ਲੇਕਿਨ ਇੱਕ ਐਸੀ ਸਟੇਜ ਤੇ ਪਹੁੰਚ ਗਏ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਹੀ ਆਣ ਕੇ ਮੱਥਾ ਟੇਕ ਦਿੱਤਾ। ਸੇਵਕ ਔਰ ਸਾਹਿਬ ਇੱਕ ਹੋ ਗਏ ਨਾ, ਕੋਈ ਫਰਕ ਹੀ ਨਹੀਂ ਰਿਹਾ। ਹੁਣ 6 ਗੁਰੂ ਸਾਹਿਬਾਨ ਦੀ ਬਾਣੀ ਹੈ ਨਾ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਲੇਕਿਨ ਸਾਰੇ ਸ਼ਬਦਾਂ ਦੇ ਉੱਤੇ ਮਹਿਲਾ ਲਿਖਿਆ ਹੈ। ਸਾਰੇ ਸ਼ਬਦਾਂ ਦੇ ਅੰਦਰ ਨਾਮ ਨਾਨਕ ਦਾ ਹੀ ਵਰਤਿਆ ਹੈ। ਨਾਮ ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਬਾਣੀ ਵਿੱਚ ਨਹੀਂ ਵਰਤੇ, ਨਾਮ ਨਾਨਕ ਵਰਤਿਆ ਹੈ। ਸਿਰਫ ਸੂਚਨਾ ਦੇਣ ਲਈ ਮਹਿਲਾ ਸ਼ਬਦ ਲਿਖਿਆ ਹੈ ਕਿ ਮਹਿਲਾ ਪਹਿਲਾ ਦੂਜਾ, ਮਤਲਬ ਪਹਿਲਾ ਸਰੀਰ, ਦੂਜਾ ਸਰੀਰ, ਤੀਜਾ ਸਰੀਰ। ਸਰੂਪ ਗੁਰੂ ਨਾਨਕ ਦੇਵ ਦਾ ਪਹਿਲਾ ਸਰੂਪ, ਦੂਜਾ ਸਰੂਪ, ਤੀਜਾ ਸਰੂਪ ਹੈ, ਸਾਰੇ ਹੀ ਨਾਨਕ ਨੇ। ਜੋਤ ਉਹੀ ਹੈ, ਜੁਗਤ ਉਹੀ ਹੈ, ਸਰੀਰ ਬਦਲਿਆ ਹੈ, ਸਿਰਫ ਸੋਚ ਨਹੀਂ ਬਦਲੀ। ਸੇਵਕ ਔਰ ਸਾਹਿਬ ਇੱਕ ਹੋ ਗਏ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਬੰਦਾ ਰੱਬੀ ਰਜਾ ਦੇ ਵਿੱਚ ਚੱਲਦਾ ਹੈ, ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਆਪਣੀ ਮੱਤ ਨੂੰ ਤਿਆਗਦਾ ਹੈ, ਆਪਣੀ ਸੋਚ ਨੂੰ ਰੱਬੀ ਸੋਚ ਵਿੱਚ ਮਿਲਾ ਦਿੰਦਾ ਹੈ, ਫਿਰ ਸੇਵਕ ਔਰ ਮਾਲਕ ਇੱਕ ਹੋ ਜਾਂਦੇ ਨੇ ਔਰ ਇੱਕ ਰੂਪ ਹੀ ਨਜ਼ਰੀ ਪੈਂਦੇ ਨੇ। ਫਿਰ ਕਿਤੇ ਵਖੇਵਾ ਨਹੀਂ ਰਹਿ ਜਾਂਦਾ। ਯਾਨੀ ਐਸਾ ਜੀਵ ਪ੍ਰਭੂ ਵਿੱਚ ਮਿਲ ਕੇ ਪ੍ਰਭੂ ਦਾ ਰੂਪ ਹੋ ਜਾਂਦਾ। ਗੁਰ ਪ੍ਰਸਾਦ ਨਾਨਕ ਸੱਚ ਸਮਾਇਆ। ਸੱਚ ਦਾ ਮਤਲਬ ਸੱਚ ਵਿੱਚ। ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਰਹਿਮਤ ਕਰਕੇ,
ਹੁਣ ਰੱਬ ਦੇ ਅੰਦਰ ਕਿਵੇਂ ਬੰਦਾ ਸਮਾ ਗਿਆ, ਐਸਾ ਇਨਸਾਨ ਕਿਵੇਂ ਬਣ ਗਿਆ, ਜਾਂ ਅਸੀਂ ਸੱਚ ਵਿੱਚ ਸਮਾਣਾ ਚਾਹੀਏ ਤਾਂ ਕਿਵੇਂ ਸਮਾ ਸਕਦੇ ਹਾਂ। ਤਾਂ ਗੁਰੂ ਜੀ ਕਹਿੰਦੇ ਨੇ, ਗੁਰ ਪ੍ਰਸਾਦ ਨਾਨਕ ਸੱਚ ਸਮਾਇਆ। ਐਸਾ ਜੋ ਸੇਵਕ ਹੈ ਸਤਿਗੁਰ ਦੀ ਰਹਿਮਤ ਦੇ ਨਾਲ ਸੱਚ ਦੇ ਅੰਦਰ ਸਮਾ ਜਾਂਦਾ ਹੈ, ਰੱਬ ਦੇ ਅੰਦਰ ਸਮਾ ਜਾਂਦਾ ਹੈ। ਮਨ, ਬਚਨ ਔਰ ਕਰਮ ਕਰਕੇ ਉਹ ਸੱਚਾ ਹੋ ਜਾਂਦਾ ਹੈ। ਉਹਦੀ ਮਾਨਸਿਕਤਾ ਵੀ ਸੱਚ ਵਿੱਚ ਸਮਾਈ ਹੈ, ਉਹਦੇ ਬੋਲ ਵੀ ਸੱਚ ਵਿੱਚ ਭਿੱਜੇ ਹੋਏ ਨੇ, ਉਹਦੇ ਜਿਹੜਾ ਬਿਹੇਵੀਅਰ ਹੈ ਉਹ ਵੀ ਸੱਚ ਦੇ ਅੰਦਰ ਉਹ ਰੋਤ ਹੈ। ਗੁਰੂ ਦੀ ਰਹਿਮਤ ਦੇ ਨਾਲ ਮਨੁੱਖ ਸੱਚ ਦੇ ਅੰਦਰ ਸਦਾ ਲਈ ਸਮਾ ਜਾਂਦਾ ਹੈ, ਯਾਨੀ ਰੱਬ ਦਾ ਰੂਪ ਹੋ ਜਾਂਦਾ ਹੈ, ਔਰ ਉਹਦਾ ਰੱਬ ਨਾਲ ਉਹ ਵਖੇਵਾ ਨਹੀਂ ਰਹਿੰਦਾ, ਉਹਦੀ ਕੂੜ ਦੀ ਪਾਲ ਟੁੱਟ ਜਾਂਦੀ ਹੈ ਔਰ ਉਹ ਸਚਿਆਰ ਹੋ ਜਾਂਦਾ ਹੈ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਕੱਲ ਤੋਂ ਲੈ ਕੇ ਅਸੀਂ ਬਿਹਾਗੜੇ ਦੀ ਵਾਰ ਜਿਹੜੀ ਹੈ ਉਹ ਸ਼ੁਰੂ ਕਰਾਂਗੇ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਬਿਹਾਗੜੇ ਦੀ ਵਾਰ, ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 548 ਤੋਂ ਸ਼ੁਰੂ ਹੁੰਦੀ ਹੈ। ਨੋਟ ਕਰ ਲਓ ਸਾਰੇ। ਬਿਹਾਗੜੇ ਕੀ ਵਾਰ ਮਹਿਲਾ ਚੌਥਾ ਤੇ ਅੰਗ ਹੈ 548, 548। ਕੱਲ ਨੂੰ ਆਪਾਂ ਇੱਥੋਂ ਵਿਚਾਰ ਆਰੰਭ ਕਰਾਂਗੇ। ਹਾਲੇ ਸਾਡੇ ਕੋਲ ਟਾਈਮ ਹੈ, ਤਾਂ ਹੁਣ ਤੱਕ ਅਸੀਂ ਗੂਜਰੀ ਕੀ 2 ਵਾਰਾਂ ਦੀ ਵਿਚਾਰ ਕੀਤੀ ਹੈ। ਤਾਂ ਇਹਨਾਂ ਵਾਰਾਂ ਦੇ ਵਿੱਚੋਂ ਅਸੀਂ ਕੀ ਨਵਾਂ ਸਿੱਖਿਆ, ਕੀ ਸਾਨੂੰ ਨਵਾਂ ਮਿਲਿਆ। ਸਾਡੇ ਕੋਲ ਅੱਧਾ ਘੰਟਾ ਹਾਲੇ ਟਾਈਮ ਹੈ, ਉਹਦੇ ਵਿੱਚ ਆਪ ਆਪਣੇ ਇਹ ਵਿਚਾਰ ਸਾਰੇ ਪੇਸ਼ ਕਰਨ ਦੀ ਟਰਾਈ ਕਰੋਗੇ। ਅੱਜ ਜੇ ਕਿਸੇ ਵੀਰ ਭੈਣ ਦਾ ਇਹਦੇ ਵਿੱਚ ਕੋਈ ਛੋਟਾ ਮੋਟਾ ਸਵਾਲ ਹੈ ਤੇ ਉਹ ਕਰ ਸਕਦੇ ਹੋ, ਆਪਣੇ ਵਿਊਜ਼ ਦੇ ਸਕਦੇ ਹੋ, ਤੇ ਨਾਲ ਇਹਨਾਂ 2 ਵਾਰਾਂ ਦੇ ਵਿੱਚ ਅਸੀਂ ਕੀ ਨਵਾਂ ਸਿੱਖਿਆ, ਕੀ ਸਾਨੂੰ ਨਵੀਂ ਚੀਜ਼ ਮਿਲੀ, ਉਹ ਆਪਣੇ ਤੁਸੀਂ ਵਿਊਜ਼ ਵੀ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ